myself Navkiran Kaur as an IELTS trainer. DG EduTech channel ਤੇ like ਤੁਸੀਂ daily videos ਦੇਖਦੇ ਹੋ IELTS ਨਾਲ related. Like daily videos, today we will discuss about the basic structure of the IELTS exam. IELTS exam ਦਾ basic structure ਕੀ ਹੈ? So start with IELTS is a combination of the 5 words, that is I, E, L, T and S. I stands for international, E stands for English, L stands for language, T stands for testing and S stands for system. That is International English Language Testing System. ਇੱਕ ਸਾਡੀ ਲੈਂਗੁਏਜ ਨੂੰ ਟੈਸਟ ਕਰਨ ਦਾ ਸਿਸਟਮ ਆ ਜਿਹਨੂੰ ਅਸੀਂ ਕੰਬਾਈਨਡ ਕਹਿ ਦਿੰਦੇ ਹਾਂ IELTS. ਸੋ 2 ਐਗਜ਼ਾਮਸ ਲਾਈਕ ਹੁੰਦੇ ਇਹਦੇ. ਫਸਟ ਅਕੈਡਮਿਕ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਹਾਈਅਰ ਸਟੱਡੀਜ਼ ਨੂੰ ਫੋਰਨ ਦੇ ਵਿੱਚ ਪਰਸਿਊ ਕਰਨਾ ਹੁੰਦਾ, ਉਹਨਾਂ ਬੱਚਿਆਂ ਵਾਸਤੇ ਐਗਜ਼ਾਮ ਹੁੰਦਾ ਐਕੈਡਮਿਕ ਦਾ, ਦੈਟ ਇਜ਼ AT, ਦੈਟ ਇਜ਼ ਅਕੈਡਮਿਕ ਟੈਸਟ. ਜੋ ਲੋਕ ਜੋਬ ਜਾਂ PR ਵਗੈਰਾ ਦਾ ਕਰਨਾ ਚਾਹੁੰਦੇ ਨੇ ਉਹ ਐਗਜ਼ਾਮ ਦਿੰਦੇ ਨੇ GT, ਤੁਸੀਂ ਕਹਿੰਦੇ ਆ ਜਰਨਲ. ਸੋ GT ਔਰ AT. IELTS ਦੇ 4 ਮੋਡਿਊਲਸ ਹੁੰਦੇ ਨੇ. 2 modules comes under the receptive skills and 2 modules comes under the productive skills. Listening and reading ਦੇ ਜਿਹੜੇ 2 ਮੋਡਿਊਲ ਨੇ ਉਹ ਰਿਸੈਪਟਿਵ ਸਕਿੱਲਸ ਦੇ ਅੰਡਰ ਕਵਰ ਹੁੰਦੇ ਨੇ, ਐਂਡ ਜੋ ਰਾਈਟਿੰਗ ਔਰ ਸਪੀਕਿੰਗ ਦੇ ਮੋਡਿਊਲਸ ਨੇ ਦਿਸ ਕਮਸ ਅੰਡਰ ਦੀ ਪ੍ਰੋਡਕਟਿਵ ਸਕਿੱਲਸ. ਸੋ IELTS ਦੇ ਐਗਜ਼ਾਮ ਦੇ ਲਈ ਸਾਡੇ ਕੋਲੇ 4 ਮੋਡਿਊਲਸ ਹੁੰਦੇ ਨੇ, ਮੀਨਸ ਸਾਡੇ ਕੋਲੇ 4 ਮੋਡਿਊਲਸ ਆ ਜਿਨ੍ਹਾਂ ਨੂੰ ਅਸੀਂ ਕਲੀਅਰ ਕਰਨਾ ਹੁੰਦਾ. ਲਿਸਨਿੰਗ ਦਾ, ਰੀਡਿੰਗ ਦਾ, ਰਾਈਟਿੰਗ ਦਾ ਐਂਡ ਸਪੀਕਿੰਗ ਦਾ. ਇਹਦੇ ਵਿੱਚ ਇਹ ਡਿਫਰੈਂਸ ਆ, ਜੋ ਲਿਸਨਿੰਗ ਐਂਡ ਸਪੀਕਿੰਗ ਹੁੰਦੀ ਆ ਇਹ ਜਰਨਲ ਔਰ ਐਕੈਡੈਮਿਕ ਵਾਲਿਆਂ ਦੇ ਲਈ ਸੇਮ ਹੁੰਦੀ ਆ, ਦੇਰ ਇਜ਼ ਨੋ ਡਿਫਰੈਂਸ. ਬਟ ਰੀਡਿੰਗ ਐਂਡ ਰਾਈਟਿੰਗ ਥੋੜ੍ਹਾ ਡਿਫਰੈਂਸ ਹੁੰਦਾ GT ਔਰ AT ਦੇ ਲਈ. ਨੈਕਸਟ ਫਸਟ ਮੋਡਿਊਲ ਇਜ਼ ਲਿਸਨਿੰਗ, ਦੈਟ ਇਜ਼ ਸੇਮ ਫॉर ਦੀ GT ਔਰ ਦੀ AT. ਜਰਨਲ ਟੈਸਟ ਲਈ ਵੀ ਔਰ ਅਕੈਡਮਿਕ ਟੈਸਟ ਲਈ ਵੀ ਲਿਸਨਿੰਗ ਸੇਮ ਹੁੰਦੀ ਆ. ਐਂਡ ਲਿਸਨਿੰਗ ਸਾਨੂੰ 40 ਮਿੰਟਸ ਦਿੱਤੇ ਜਾਂਦੇ ਨੇ ਲਿਸਨਿੰਗ ਦਾ ਮੋਡਿਊਲ ਨੂੰ ਕੰਪਲੀਟ ਕਰਨ ਦੇ ਲਈ, ਮੀਨਸ 40 ਮਿੰਟਸ ਦੀ ਲਿਸਨਿੰਗ ਹੁੰਦੀ ਆ. ਇਹਦੇ 4 ਪਾਰਟਸ ਹੁੰਦੇ ਨੇ, 1, 2, 3 ਐਂਡ ਦੀ 4. ਜਿਹੜਾ ਫਸਟ ਪਾਰਟ ਹੁੰਦਾ ਈਜ਼ੀ ਹੁੰਦਾ, ਸੈਕਿੰਡ ਥੋੜ੍ਹਾ ਡਿਫੀਕਲਟ, ਥਰਡ ਉਸ ਤੋਂ ਡਿਫੀਕਲਟ ਐਂਡ ਫੋਰਥ ਜਿਹੜਾ ਹੁੰਦਾ ਇਟ ਇਜ਼ ਦਾ ਮੋਸਟ ਡਿਫੀਕਲਟ ਪਾਰਟ. ਮੀਨਸ ਈਜ਼ੀ ਟੂ ਡਿਫੀਕਲਟ ਨੂੰ ਜਿਹੜਾ ਲੈਵਲ ਆ ਉਹ ਲੋ ਟੂ ਹਾਈ ਵੱਲ ਨੂੰ ਜਾਂਦਾ. ਸੋ ਇਹਦੇ ਲਈ ਸਾਡੇ ਕੋਲ 30 ਮਿੰਟਸ ਹੁੰਦੇ ਨੇ. ਅਸੀਂ ਲਿਸਨ ਕਰਨਾ ਹੁੰਦਾ ਅਤੇ ਕੁਐਸ਼ਚਨਸ ਨੂੰ ਸੋਲਵ ਕਰਨਾ ਹੁੰਦਾ. ਐਂਡ ਲਾਸਟ 'ਤੇ ਸਾਨੂੰ 10 ਮਿੰਟਸ ਦਿੱਤੇ ਜਾਂਦੇ ਨੇ ਵੀ ਆਪਣੇ ਕੀਤੇ ਕੁਐਸ਼ਚਨਸ ਨੂੰ ਜੋ ਆਨਸਰਸ ਉਹਨਾਂ ਨੂੰ ਕੁਐਸ਼ਨ ਬੁੱਕਲੈਟ ਤੋਂ ਆਨਸਰ ਸ਼ੀਟ ਦੇ ਉੱਪਰ ਟਰਾਂਸਫਰ ਕਰਨ ਦੇ ਲਈ ਸਾਨੂੰ ਐਗਜ਼ਾਮ ਦੇ ਟਾਈਮ 10 ਮਿੰਟਸ ਦਿੱਤੇ ਜਾਂਦੇ ਨੇ. ਇਟ ਮੀਨਸ ਟੋਟਲ 40, 30 ਫॉर ਦੀ ਲਿਸਨਿੰਗ ਔਰ ਅਟੈਂਪਟ ਕਰਨ ਦੇ ਲਈ, ਐਂਡ ਜਿਹੜੇ 10 ਮਿੰਟਸ ਹੁੰਦੇ ਨੇ ਉਹ ਸਾਨੂੰ ਆਨਸਰ ਟਰਾਂਸਫਰ ਕਰਨ ਦੇ ਲਈ ਦਿੱਤੇ ਜਾਂਦੇ ਨੇ. ਨੈਕਸਟ ਇਜ਼ ਰੀਡਿੰਗ. ਰੀਡਿੰਗ ਆ ਜੋ ਡਿਫਰੈਂਟ ਹੁੰਦੀ ਆ GT ਔਰ AT ਦੇ ਲਈ, ਮਤਲਬ ਮਾਈਨਰ ਡਿਫਰੈਂਸਿਸ ਹੁੰਦੇ ਨੇ. ਰੀਡਿੰਗ ਸਾਡੇ ਕੋਲ 60 ਮਿੰਟਸ ਹੀ ਹੁੰਦੀ ਆ, ਮੀਨਸ ਸਾਨੂੰ ਇਹਦੇ 3 ਪਾਰਟਸ ਹੁੰਦੇ ਨੇ, ਪਾਰਟ 1, 2 ਔਰ ਦੀ 3. ਕੁਐਸ਼ਚਨਸ ਇਹਦੇ ਸਾਡੇ ਕੋਲ 40 ਕੁਐਸ਼ਚਨਸ ਹੋਣਗੇ. ਰੀਡਿੰਗ ਦੇ ਲਈ ਸਾਡੇ ਕੋਲ ਕੁਐਸ਼ਚਨਸ 40 ਹੀ ਹੋਣਗੇ. ਐਂਡ 60 ਮਿੰਟਸ ਦੇ ਵਿੱਚ ਅਸੀਂ 40 ਕੁਐਸ਼ਚਨਸ ਨੂੰ ਅਟੈਂਪਟ ਕਰਨਾ. ਇਹਦੇ ਲਈ ਸਾਨੂੰ ਕੋਈ ਐਕਸਟਰਾ ਟਾਈਮ ਨਹੀਂ ਦਿੱਤਾ ਜਾਂਦਾ ਵੀ ਅਸੀਂ ਆਪਣੇ ਆਨਸਰਸ ਨੂੰ ਟਰਾਂਸਫਰ ਕਰ ਦਈਏ ਆਨਸਰ ਸ਼ੀਟ ਦੇ ਉੱਪਰ. ਅਸੀਂ ਉਹੀ 60 ਮਿੰਟਸ ਦੇ ਵਿੱਚ ਆਪਣੇ ਕੁਐਸ਼ਚਨਸ ਨੂੰ ਅਟੈਂਪਟ ਕਰਨਾ ਐਂਡ ਉਹਨੂੰ ਫਾਈਨਲ ਸ਼ੀਟ ਦੇ ਉੱਪਰ ਉਸੇ ਹੀ ਟਾਈਮ ਦੇ ਵਿੱਚ ਲਿਖਣਾ. ਸੋ ਰੀਡਿੰਗ ਦੇ ਸਾਡੇ ਕੋਲ 3 ਪਾਰਟਸ ਹੁੰਦੇ ਨੇ, 1, 2 ਔਰ ਦੀ 3. ਲਾਈਕ ਜਿਹੜੇ ਇਹਦੇ 'ਚ ਕੁਐਸ਼ਚਨਸ ਆਉਂਦੇ ਨੇ ਉਹਨਾਂ ਦੀ ਟਾਈਪ ਹੁੰਦੀ ਹੈ MCQs ਵੀ ਸਾਨੂੰ ਆ ਜਾਂਦੇ ਨੇ, ਟਰੂ ਫਾਲਸ, ਯੈਸ ਨੋ, ਨੋਟ ਗਿਵਨ ਦੀ ਟਾਈਪਸ ਵੀ ਸਾਡੇ ਕੋਲ ਆ ਜਾਂਦੀਆਂ, ਫਿਲਅਪਸ ਵੀ ਆ ਜਾਂਦੇ ਔਰ ਮੈਚ ਦੀ ਫੋਲੋਵਿੰਗ ਵੀ ਆ ਜਾਂਦੇ ਨੇ. GT ਦੇ ਲਈ ਆ. AT ਦੇ ਲਈ ਸਾਡੇ ਕੋਲ ਕੀ ਹੁੰਦਾ, ਇੱਕ ਅਨਸੀਨ ਪੈਸੇਜ ਹਰੇਕ ਪਾਰਟ ਦੇ ਮਗਰ ਗਿਵਨ ਹੁੰਦਾ, ਉਹ ਅਸੀਂ ਪੈਸੇਜ ਨੂੰ ਸੋਲਵ ਕਰਨਾ ਹੁੰਦਾ. ਉਹ GT ਲਈ AT ਲਈ ਹੁੰਦਾ, GT ਲਈ ਨਹੀਂ ਹੁੰਦਾ. GT ਲਈ ਜਸਟ MCQ, ਟਰੂ ਫਾਲਸ, ਫਿਲਅਪਸ ਐਂਡ ਦੀ ਮੈਚ ਦੀ ਫੋਲੋਵਿੰਗ ਹੁੰਦੇ ਨੇ. ਇਹਦੇ 'ਚ ਅਸੀਂ ਖਾਸ ਧਿਆਨ ਰੱਖਣਾ ਹੁੰਦਾ ਜਦੋਂ ਅਸੀਂ ਟਰੂ ਫਾਲਸ ਜਾਂ ਯੈਸ ਨੋ ਜਾਂ ਨੋਟ ਗਿਵਨ ਨੂੰ ਅਟੈਂਪਟ ਕਰਦੇ ਹਾਂ, ਜੇ ਸਾਨੂੰ ਕੁਐਸ਼ਨ ਦੇ ਵਿੱਚ ਟਰੂ ਫਾਲਸ ਮੈਂਸ਼ਨ ਹੈ ਤਾਂ ਅਸੀਂ ਟਰੂ ਫਾਲਸ ਹੀ ਲਿਖਾਂਗੇ.
ਜੇ ਯੈਸ ਨੋ ਮੈਂਸ਼ਨ ਤਾਂ ਅਸੀਂ ਯੈਸ ਨੋ ਹੀ ਲਿਖਾਂਗੇ। ਲਾਈਕ ਅਸੀਂ ਟਿਕ ਮਾਰਕ ਨਹੀਂ ਕਰਾਂਗੇ, ਜੋ ਸਾਨੂੰ ਕੁਐਸਚਨਸ ਦੇ ਵਿੱਚ ਗਿਵਨ ਆ ਉਹੀ ਅਸੀਂ ਆਨਸਰ ਦੇ ਵਿੱਚ ਲਿਖਣਾ। ਸੋ ਬੜੇ ਕੇਅਰਫੁਲੀ ਅਸੀਂ ਰੀਡਿੰਗ ਨੂੰ ਕੀ ਆ ਅਟੈਂਪਟ ਕਰਦੇ ਹਾਂ। ਲਾਈਕ ਰੀਡਿੰਗ ਲਿਸਨਿੰਗ ਦੇ ਵਿੱਚ ਵੀ 40 ਹੀ ਕੁਐਸਚਨਸ ਹੁੰਦੇ ਨੇ। ਅਸੀਂ 40 ਮਿੰਟਸ ਵਿੱਚ 40 ਕੁਐਸਚਨਸ ਲਿਸਨਿੰਗ ਦੇ ਵੀ ਅਟੈਂਪਟ ਕਰਨੇ ਹੁੰਦੇ ਨੇ। ਸੋ ਥਰਡ ਮੋਡਿਊਲ ਇਜ਼ ਰਾਈਟਿੰਗ। ਰਾਈਟਿੰਗ ਇਜ਼ ਆਲਸੋ ਡਿਫਰੈਂਟ ਫॉर ਦੀ ਜਰਨਲ ਐਂਡ ਦੀ ਅਕੈਡਮਿਕ ਟੈਸਟ। ਰਾਈਟਿੰਗ ਵੀ ਸਾਡੇ ਕੋਲ 60 ਮਿੰਟਸ ਦਾ ਹੀ ਮੋਡਿਊਲ ਹੁੰਦਾ। ਇਹਦੇ ਵਿੱਚ 2 ਟਾਸਕ ਹੁੰਦੇ ਨੇ, ਟਾਸਕ 1 ਔਰ ਟਾਸਕ 2। ਟਾਸਕ 1 ਸਾਨੂੰ ਅਟੈਂਪਟ ਕਰਨ ਦੇ ਲਈ 20 ਮਿੰਟਸ ਦਿੱਤੇ ਜਾਂਦੇ ਨੇ ਐਂਡ ਟਾਸਕ 2 ਦੇ ਲਈ 40 ਮਿੰਟ ਸਾਨੂੰ ਦਿੱਤੇ ਜਾਂਦੇ ਨੇ। ਜਿਹੜਾ ਜਰਨਲ ਟੈਸਟ ਹੁੰਦਾ ਫॉर GT ਸਟੂਡੈਂਟਸ ਦੇ ਲਈ, ਟਾਸਕ 1 ਦੇ ਵਿੱਚ ਸਾਨੂੰ ਲੈਟਰ ਆਉਂਦੀ ਆ ਐਂਡ ਟਾਸਕ 2 ਦੇ ਵਿੱਚ ਸਾਨੂੰ ਐਸੇ ਆਉਂਦਾ। ਲੈਟਰ ਦੀ ਜਿਹੜੇ ਟਾਈਪਸ ਹੁੰਦੀਆਂ, ਇਟ ਮੇ ਬੀ ਫਾਰਮਲ, ਇਨਫਾਰਮਲ ਔਰ ਦੀ ਸੈਮੀ ਫਾਰਮਲ। ਇਹਨਾਂ ਤਿੰਨਾਂ ਟਾਈਪਸ ਵਿੱਚੋਂ ਇੱਕ ਟਾਈਪ ਸਾਨੂੰ ਲੈਟਰ ਦੀ ਦਿੱਤੀ ਹੁੰਦੀ ਆ। ਸੈਕਿੰਡ ਐਸੇ। ਐਸੇ ਸਾਨੂੰ ਚਾਹੇ ਉਹ ਐਡਵਾਂਟੇਜਿਸ ਡਿਸਐਡਵਾਂਟੇਜਿਸ ਦਾ ਹੋਵੇ, ਚਾਹੇ ਪ੍ਰੋਬਲਮ ਸੋਲਿਊਸ਼ਨ ਦਾ ਹੋਵੇ, ਚਾਹੇ ਬੋਥ ਵਿਊਜ਼ ਦਾ ਹੋਵੇ, ਚਾਹੇ ਪੋਜ਼ੀਟਿਵ ਨੈਗੇਟਿਵ ਡਿਵੈਲਪਮੈਂਟ ਦਾ ਹੋਵੇ, ਚਾਹੇ ਡਾਇਰੈਕਟ ਕੁਐਸਚਨ ਹੋਵੇ, ਚਾਹੇ ਬੋਥ ਵੀ ਹੋਵੇ, ਐਸੇ ਦੀ ਕੋਈ ਨਾ ਕੋਈ ਇੱਕ ਟਾਈਪ ਸਾਨੂੰ ਦਿੱਤੀ ਹੁੰਦੀ ਹੈ ਜੋ ਅਸੀਂ ਅਟੈਂਪਟ ਕਰਨੀ ਹੁੰਦੀ ਆ। ਐਂਡ 'ਚ ਖਾਸ ਧਿਆਨ ਰੱਖਣਾ, ਜਿਹੜਾ ਟਾਸਕ 1 ਉਹਦੇ ਸਾਨੂੰ 150 ਵਰਡਸ ਲਿਖਣੇ ਹੁੰਦੇ ਆ ਐਂਡ ਟਾਸਕ 2 ਦੇ ਲਈ 250। ਇਹਨਾਂ ਦੀ ਲਿਮਿਟ 140 160 ਫॉर ਲੈਟਰ ਔਰ ਫॉर 240 ਔਰ 270 ਅਪ ਟੂ ਐਸੇ। ਜੇ ਅਸੀਂ ਜ਼ਿਆਦਾ ਵਰਡਸ ਲਿਖਾਂਗੇ ਤਾਂ ਜਿਹੜੇ ਸਾਡੇ ਮਾਰਕਸ ਉਹ ਡਿਡਕਟ ਹੋ ਜਾਣਗੇ। ਬਟ ਸਾਡੇ 'ਤੇ ਪ੍ਰੈਸ਼ਰ ਇੰਨਾ ਹੁੰਦਾ ਐਗਜ਼ਾਮ ਦਾ, ਅਸੀਂ ਜ਼ਿਆਦਾ ਤਾਂ ਲਿਖ ਨਹੀਂ ਸਕਦੇ, ਬਟ ਫਿਰ ਵੀ ਅਸੀਂ ਧਿਆਨ ਰੱਖਣਾ ਹੁੰਦਾ। ਫॉर 80 ਸਟੂਡੈਂਟਸ ਜਿਹੜੇ ਅਕੈਡਮਿਕ ਟੈਸਟ ਹੁੰਦਾ ਜਿਹੜਾ, ਉਹਦੇ ਲਈ ਜਿਹੜੀ ਟਾਸਕ 1 ਉਹ ਡਿਫਰੈਂਟ ਹੁੰਦੀ ਆ ਬਟ ਟਾਸਕ 2 ਇਜ਼ ਸੇਮ। ਟਾਸਕ 2 ਵਿੱਚ ਐਸੇ ਹੀ ਆਉਂਦਾ, ਚਾਹੇ ਉਹ ਐਡਵਾਂਟੇਜਿਸ ਵਾਲਾ ਹੋਵੇ, ਡਿਸਐਡਵਾਂਟੇਜਿਸ ਆਫ ਵੈਦਰ ਇਟ ਮੇ ਬੀ ਪੋਜ਼ੀਟਿਵ ਔਰ ਨੈਗੇਟਿਵ ਡਿਵੈਲਪਮੈਂਟ, ਬੋਥ ਵਿਊ, ਅਗਰੀ ਡਿਸਅਗਰੀ, ਪ੍ਰੋਬਲਮ ਸੋਲਿਊਸ਼ਨ, ਕੋਈ ਵੀ ਐਸੇ ਹੋ ਸਕਦਾ ਐਂਡ ਉਹ ਐਸੇ 250 ਵਰਡਸ ਦਾ ਹੀ ਲਿਖਣਾ ਹੁੰਦਾ। ਬਟ ਫॉर ਦੀ ਟਾਸਕ 1 ਸਾਨੂੰ ਲੈਟਰ ਨਹੀਂ ਆਊਗੀ, ਉਹਦੇ ਲਈ ਸਾਨੂੰ ਸਮਰਾਈਜ਼ ਦੀ ਟੈਕਸਟ ਆਊਗਾ। ਸਾਨੂੰ ਕੀ ਗ੍ਰਾਫ ਦਿੱਤਾ ਹੋਊਗਾ, ਸਾਨੂੰ ਕੀ ਇਮੇਜ ਦਿੱਤੀ ਹੋਊਗੀ, ਉਹਨੂੰ ਦੇਖ ਕੇ ਅਸੀਂ ਟੈਕਸਟ ਨੂੰ ਸਮਰਾਈਜ਼ ਕਰਨਾ। ਸੋ ਵੈਦਰ ਟੈਸਟ ਮੇ ਬੀ GT ਔਰ ਦੀ 80, ਟਾਈਮ ਜਿਹੜਾ ਲਿਮਿਟ ਆ ਸਾਡੇ ਕੋਲ 60 ਮਿੰਟਸ ਹੀ ਹੋਣਗੇ ਐਂਡ ਟਾਸਕ 1 ਦੇ ਲਈ 20 ਮਿੰਟਸ ਔਰ ਟਾਸਕ 2 ਦੇ ਲਈ 40 ਮਿੰਟਸ ਹੀ ਸਾਨੂੰ ਦਿੱਤੇ ਜਾਣਗੇ। ਐਂਡ ਲਾਸਟ ਇਜ਼ ਸਪੀਕਿੰਗ। ਸਪੀਕਿੰਗ ਇਜ਼ ਸੇਮ ਫॉर ਦੀ ਅਕੈਡਮਿਕ ਔਰ ਦੀ ਜਰਨਲ ਸਟੂਡੈਂਟਸ। ਇਹਦੇ ਲਈ ਸਾਡੇ ਕੋਲ ਜਿਹੜੀ ਟਾਈਮ ਲਿਮਿਟ ਹੁੰਦੀ ਦੈਟ ਇਜ਼ 11 to 14 ਮਿੰਟਸ। ਸਪੀਕਿੰਗ ਦੇ 3 ਪਾਰਟਸ ਹੁੰਦੇ ਨੇ, ਪਾਰਟ 1 2 ਐਂਡ ਦੀ 3। ਪਾਰਟ 1 ਦੇ ਵਿੱਚ ਸਾਨੂੰ ਐਗਜ਼ਾਮੀਨਰ ਇੰਟਰੋਡਕਟਰੀ ਕੁਐਸਚਨਸ ਪੁੱਛਦਾ, ਲਾਈਕ ਵਾਟਸ ਯੂਅਰ ਨੇਮ, ਹਾਊ ਮੇ ਆਈ ਆਸਕ ਯੂ, ਹਾਊ ਮੇ ਆਈ ਕਾਲ ਯੂ। ਜਿਹੜਾ ਪਾਰਟ 2 ਹੁੰਦਾ ਉਹਦੇ ਵਿੱਚ ਸਾਨੂੰ ਇੱਕ ਕਿਊ ਕਾਰਡ ਦਿੱਤਾ ਜਾਂਦਾ। ਕਿਊ ਕਾਰਡ ਦੇ ਉੱਪਰ ਇੱਕ ਕੁਐਸਚਨ ਦਿੱਤਾ ਹੁੰਦਾ, ਜੋ ਅਸੀਂ 1 ਮਿੰਟ ਸਾਨੂੰ ਦਿੱਤਾ ਜਾਂਦਾ ਉਹਨੂੰ ਫਰੇਮ ਕਰਨ ਦੇ ਲਈ ਐਂਡ ਆਫਟਰ ਦੈਟ ਅਸੀਂ 2 to 3 ਮਿੰਟਸ ਦੇ ਲਈ ਉਸ ਉੱਪਰ ਬੋਲਣਾ ਹੁੰਦਾ, ਉਸ ਟੌਪਿਕ ਦੇ ਉੱਪਰ। ਐਂਡ ਪਾਰਟ 3 ਇਜ਼ ਫੋਲੋ ਅਪ। ਲਾਸਟ ਵਿੱਚ ਸਾਨੂੰ ਐਗਜ਼ਾਮੀਨਰ ਫੋਲੋ ਅਪ ਕੁਐਸਚਨਸ ਪੁੱਛਦਾ ਕਿਊ ਕਾਰਡ ਨਾਲ ਰਿਲੇਟਡ। ਸੋ ਸਪੀਕਿੰਗ 11 to 14 ਮਿੰਟਸ ਦੇ ਵਿੱਚ ਕੰਪਲੀਟ ਹੋ ਜਾਂਦੀ ਹੈ। ਵਨ ਮੋਰ ਥਿੰਗ ਦੈਟ ਇਜ਼ ਵੈਰੀ ਇੰਪੋਰਟੈਂਟ, ਲਿਸਨਿੰਗ, ਰਾਈਟਿੰਗ ਔਰ ਦੀ ਰੀਡਿੰਗ ਟਾਸਕ, ਇਹਨਾਂ ਦਾ ਐਗਜ਼ਾਮ ਇੱਕ ਦਿਨ ਇਕੱਠਾ ਹੁੰਦਾ ਔਰ ਸਪੀਕਿੰਗ ਦਾ ਜਿਹੜਾ ਐਗਜ਼ਾਮ ਉਹ ਸੈਪਰੇਟ ਹੁੰਦਾ। whether it may be before the exam or whether it may be after listening, reading or the writing exam. So beta, that is all about IELTS, structure of the IELTS exam. If any student has any query regarding structure, so kindly drop your query in the comment box so that I will give you the answer. ਰੀਡਿੰਗ, ਰਾਈਟਿੰਗ, ਸਪੀਕਿੰਗ ਔਰ ਦੀ ਲਿਸਨਿੰਗ ਦੇ ਜੋ ਮੋਡਿਊਲਸ ਆ ਉਹਨਾਂ ਨੂੰ ਮੈਂ ਫਰਦਰ ਵੀਡੀਓਜ਼ ਦੇ ਵਿੱਚ ਇੱਕ ਮੋਡਿਊਲ ਨੂੰ ਬੜੇ ਕਲੀਅਰਲੀ ਅਲੈਬੋਰੇਟ ਕਰੂੰਗੀ। ਕਿੱਦਾਂ ਦੇ ਵਿੱਚ ਕੁਐਸਚਨਸ ਹੁੰਦੇ ਨੇ, ਕਿੱਦਾਂ ਅਸੀਂ ਉਸ ਕੁਐਸਚਨਸ ਨੂੰ ਸੋਲਵ ਕਰਨਾ। ਫॉर more videos, please like and subscribe this channel. Thank you.